ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਿੰਡ ਤੋਂ ਬਾਹਰ ਵਾਰ ਡੇਰਾ ਲਾ ਕੇ ਬੈਠ ਜਾਂਦੇ ਹੈ, ਪਿੰਡ ਦੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖਣ ਵਾਸਤੇ ਆਉਂਦੇ ਹੈ। ਮਾਤਾ ਸੁਲੱਖਣੀ ਜੀ ਨੇ ਆਪਣੇ ਪੇਕੇ ਭਾਵ ਆਪਣੇ ਪਿਤਾ ਮੂਲ ਚੰਦ ਜੀ ਨੂੰ ਸੁਨੇਹਾ ਭੇਜਿਆ। ਮੂਲ ਚੰਦ ਜੀ ਬੜੀ ਛੇਤੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆਉਂਦੇ। ਕੀ ਵੇਖਦੇ, ਸਤਿਗੁਰੂ ਨੇ ਫਕੀਰੀ ਲਿਬਾਸ ਧਾਰਨ ਕੀਤਾ ਹੋਇਆ ਹੈ। ਸ਼ਮਸ਼ਾਨ ਘਾਟ ਵਿੱਚ ਸਤਿਗੁਰੂ ਬੈਠੇ ਹੋਏ ਹੈ। ਮੂਲ ਚੰਦ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੜੇ ਬੋਲ ਕਬੋਲ ਬੋਲਦਾ ਹੈ। ਬੋਲਣ ਤੋਂ ਬਾਅਦ ਚਲਿਆ ਜਾਂਦਾ ਹੈ। ਜਿਹੜੇ ਪੰਡਿਤ, ਜਿਹੜੇ ਪੁਜਾਰੀ ਦੇ ਵਿੱਚ ਸ਼ਰਧਾ ਰੱਖਦਾ ਸੀ, ਜਿਹਦੇ ਕੋਲ ਬੈਠਦਾ ਸੀ, ਜਿਹਦੇ ਨਾਲ ਮਿਲਵਰਤਨ ਸੀ ਉਹਦਾ, ਉਸ ਪੰਡਿਤ ਜੀ ਨੂੰ ਜਾ ਕੇ ਆਖਦਾ ਕਿ ਮੈਂ ਬਹੁਤ ਦੁਖੀ ਹਾਂ, ਬਹੁਤ ਪਰੇਸ਼ਾਨ ਹਾਂ। ਜਦੋਂ ਦਾ ਮੈਂ ਆਪਣੀ ਬੱਚੀ ਦਾ ਵਿਆਹ ਕੀਤਾ ਹੈ ਉਦੋਂ ਦਾ ਕੋਈ ਸੁੱਖ ਹੀ ਨਹੀਂ ਮਿਲਿਆ। ਪੰਡਿਤ ਜੀ ਕਹਿਣ ਲੱਗੇ, ਕਹਿੰਦੇ ਵੀ ਐਸਾ ਕੀ ਹੋਇਆ ਹੈ। ਉਹ ਆਖਦਾ ਹੈ ਕਿ ਜਦੋਂ ਦਾ ਵਿਆਹ ਕੀਤਾ ਹੈ ਸੁੱਖ ਨਹੀਂ ਮਿਲਿਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਸਾਰਾ ਕੁਝ ਛੱਡ ਕੇ ਬਾਹਰ ਸ਼ਮਸ਼ਾਨ 'ਚ ਬੈਠੇ ਹੋਏ ਹੈ। ਪੰਡਿਤ ਕਹਿੰਦਾ ਚਲੋ ਨਾਲ ਚੱਲਦੇ ਹਾਂ, ਜਾ ਕੇ ਅਸੀਂ ਸਮਝਾਉਂਦੇ ਹਾਂ। ਉਹ ਜਿਹੜਾ ਪੰਡਿਤ ਪੁਜਾਰੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਮਝਾਉਣ ਆਉਂਦਾ ਹੈ। ਆ ਕੇ ਆਖਦਾ ਹੈ ਕਿ ਆ ਕੀ ਤੁਸੀਂ ਬੱਚਿਆਂ ਵਾਲਾ ਕੰਮ ਫੜਿਆ ਹੋਇਆ ਹੈ। ਐਦਾਂ ਸਾਰਾ ਕੁਝ ਤਿਆਗ ਕੇ ਬੈਠ ਜਾਈਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਾਵਨ ਸ਼ਬਦ ਰਾਹੀਂ ਜਿਹੜਾ ਸਤਿਗੁਰੂ ਨੇ ਬਸੰਤ ਰਾਗ ਵਿੱਚ ਉਚਾਰਨ ਕੀਤਾ ਸੀ, ਸਤਿਗੁਰੂ ਨੇ ਉਸ ਪਾਵਨ ਸ਼ਬਦ ਰਾਹੀਂ ਉਸ ਪੰਡਿਤ ਨੂੰ ਉਪਦੇਸ਼ ਦਿੱਤਾ। ਉਹਨੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਸੁਣੇ, ਬੜਾ ਹੈਰਾਨ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਪਰ ਉਹਨੇ ਸ਼ਰਧਾ ਧਾਰਨ ਕੀਤੀ ਤੇ ਸਤਿਗੁਰੂ ਨੂੰ ਨਮਸਕਾਰ ਵੀ ਕੀਤੀ। ਇਹ ਸਾਰਾ ਕੁਝ ਵੇਖ ਕੇ ਮੂਲ ਚੰਦ ਜੀ ਨੂੰ ਹੋਰ ਗੁੱਸਾ ਚੜ੍ਹ ਗਿਆ। ਫਿਰ ਕਵੀ ਸੰਤੋਖ ਸਿੰਘ ਜੀ ਅਗਲੇਰੇ ਪ੍ਰਸੰਗ ਵਿੱਚ ਕੀ ਸਮਝਾ ਰਹੇ ਹੈ। ਲੜੀਵਾਰ ਇਸ ਇਤਿਹਾਸ ਦੀ ਵਿਚਾਰ ਨਾਲ ਜੁੜਨ ਵਾਸਤੇ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਖਿੜ ਕੀ ਮੂਲਾ ਪ੍ਰਭ ਮੰਗਿਓ, ਅਤ ਦੁਖ ਮਨ ਬਿਸਮਾ ਮਨ ਭਇਓ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਮੂਲ ਚੰਦ ਜੀ ਖਿੱਚ ਕੇ ਗੁੱਸੇ 'ਚ ਆ ਗਏ। ਗੁੱਸੇ 'ਚ ਆਣ ਕੇ ਤਾਂ ਮੂਲ ਚੰਦ ਜੀ ਜਿਹੜੇ ਸਨ ਉਹ ਚਲੇ ਜਾਂਦੇ ਹੈ। ਮਨ ਦੇ ਵਿੱਚ ਜਿਹੜੇ ਸੀ ਬੜੇ ਦੁਖੀ ਹੋ ਰਹੇ ਸਨ, ਪਰੇਸ਼ਾਨ ਹੋ ਰਹੇ ਸਨ। ਕੇਤਕ ਦਿਨ ਤਨੀਆਂ ਕੇ ਪਾਸ, ਰਿਓ ਆਪ ਨੰਗਿਓ ਵਾਸ। ਕਹਿੰਦੇ ਫਿਰ ਕਈ ਦਿਨ ਮੂਲ ਚੰਦ ਜੀ ਆਪਣੀ ਪੁੱਤਰੀ, ਆਪਣੀ ਧੀ ਸੁਲੱਖਣੀ ਜੀ ਦੇ ਕੋਲ ਰਹੇ। ਆਪਣੇ ਘਰ ਵਾਪਸ ਵੀ ਨਹੀਂ ਗਏ ਤੇ ਆਪਣੀ ਉਸ ਬੱਚੀ ਧੀ ਸੁਲੱਖਣੀ ਦੇ ਕੋਲ ਰਹਿ ਕੇ ਉਹਦੇ ਕੋਲ ਦਿਨ ਬਤੀਤ ਕਰਦੇ ਰਹੇ ਹਨ। ਨਾਨਕ ਅਸਥਾਨ ਮਸਾਨਾ, ਬੈਸੇ ਮਰੀਮ ਗੋਰ ਮਹਾਨਾ। ਕਹਿੰਦੇ ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਮਹਾਨ ਸਤਿਗੁਰੂ ਸਨ, ਉਹ ਸ਼ਮਸ਼ਾਨ ਘਾਟ ਵਾਲੀ ਥਾਂ ਦੇ ਉੱਪਰ ਬੈਠੇ ਰਹਿੰਦੇ ਹਨ। ਜੀ ਨਰ ਜਾਣੇ ਮਨ ਕਛ ਦੇਵਾ, ਬੰਧਨ ਕਰੇ ਗਮਨੇ ਜਗ ਦੇਵਾ। ਕਵੀ ਸੰਤੋਖ ਸਿੰਘ ਕਹਿੰਦੇ ਜਿਹੜੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦੇ ਸੀ, ਜਿਹੜੇ ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਜਾਣਦੇ ਸੀ ਕਿ ਸਤਿਗੁਰੂ ਦੇ ਕੌਤਕ ਹੈ, ਉਹ ਲੋਕ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਦੇ ਸਨ। ਅਸ ਪ੍ਰਕਾਰ ਗਹਿਬੈਰੇ ਮਹਸੀਨੇ, ਬੀਤ ਗਏ ਸਭ 3 ਮਹੀਨੇ। ਕਵੀ ਸੰਤੋਖ ਸਿੰਘ ਕਹਿੰਦੇ ਇੱਦਾਂ ਕਰਕੇ ਸ਼ਮਸ਼ਾਨ ਘਾਟ ਵਿੱਚ ਬੈਠਿਆਂ ਹੋਇਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ 3 ਮਹੀਨੇ ਦਾ ਸਮਾਂ ਜਿਹੜਾ ਉਹ ਬਤੀਤ ਹੋ ਗਿਆ ਸੀ। ਲਖਵੀ ਦਾਸ ਜਨਮ ਤਬ ਲੀਨੋ, ਸਭ ਪਰਿਵਾਰ ਹਰਖ ਮਨ ਕੀਨੋ।
ਕਹਿੰਦੇ ਘਰ ਦੇ ਵਿੱਚ ਛੋਟੇ ਪੁੱਤਰ ਦਾ ਜਨਮ ਹੁੰਦਾ ਏ, ਜਿਹਦਾ ਨਾਂ ਲਖਮੀ ਦਾਸ ਰੱਖਿਆ ਜਾਂਦਾ ਏ। ਸਾਰੇ ਪਾਸੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆਉਂਦੀ ਹੈ। ਭਈ ਸੁਲੱਖਣੀ ਪ੍ਰਾਜ ਦਿਸਾਸੀ, ਉਗੇ ਸੂਰ ਸੀਸ ਜਨ ਜਸ ਰਾਸੀ। ਕਹਿਣ ਲੱਗੇ ਕਿ ਮਾਤਾ ਸੁਲੱਖਣੀ ਜੀ ਵੱਡੇ ਭਾਗਾਂ ਵਾਲੀ ਬਣ ਚੁੱਕੀ ਸੀ, ਵੱਡੇ ਉਹਦੇ ਭਾਗ ਸੀ, ਉਹਦੇ ਘਰ ਅੰਦਰ ਪੁੱਤਰ ਦਾ ਜਨਮ ਹੋਇਆ। ਔਰ ਉਹ ਜਿਹੜੇ ਲਖਮੀ ਦਾਸ ਜੀ ਸਨ ਉਹ ਬੜੇ ਸ਼ੋਭਾ ਵਾਲੇ ਸਨ। ਇਉਂ ਸੀ ਇੱਕ ਸ਼੍ਰੀ ਚੰਦ ਇੱਕ ਲਖਮੀ ਦਾਸ, ਜਿਵੇਂ ਸੂਰਜ ਤੇ ਚੰਦਰਮਾ ਇਕੱਠੇ ਘਰ ਦੇ ਵਿੱਚ ਪ੍ਰਗਟ ਹੋ ਗਏ ਹੋਣ। ਗੁਰੂ ਕੇ ਟਿਕ ਜਾਈ ਸੁਨਾਵਾ, ਮਨ ਜਿਸ ਤੇ ਰਸ ਟੇਕ ਸੁਹਾਵਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਹ ਖਬਰ ਦੱਸੀ ਗਈ, ਸਤਿਗੁਰੂ ਤੁਹਾਡੇ ਘਰ ਵਿੱਚ ਦੂਸਰੇ ਪੁੱਤਰ ਦਾ ਜਨਮ ਹੋਇਆ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਖੁਸ਼ੀ ਤੇ ਗਮੀ ਤੋਂ ਰਹਿਤ ਸਨ, ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕੋ ਰਸ ਦੇ ਵਿੱਚ ਜਿਹੜੇ ਉਹ ਵਿਆਪਕ ਰਹਿੰਦੇ ਹਨ। ਪਾਵਨ ਪਾਵੇ ਪੁਰ ਵਿਖੇ, ਅਤ ਪਾਵਨ ਧਿਆਨ, ਬੈਸੇ ਨਿਤ ਬਾਸਰ ਤਹਾ, ਉਦਰੇ ਸਰਬ ਮਸਾਨ। ਕਵੀ ਸੰਤੋਖ ਸਿੰਘ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਹੀ ਬੈਠੇ ਰਹੇ, ਪਿੰਡ ਦੇ ਵਿੱਚ ਆਏ ਨਹੀਂ, ਤੇ ਨਾ ਹੀ ਸਤਿਗੁਰੂ ਨੂੰ ਕੋਈ ਖੁਸ਼ੀ ਤੇ ਗਮੀ ਜਿਹੜੀ ਪੋਹ ਸਕਦੀ ਸੀ। ਇੱਦਾਂ ਕਰਕੇ ਸਤਿਗੁਰੂ ਮਹਾਰਾਜ ਬਿਰਾਜਮਾਨ ਸਨ। ਮੁਕਤੀ ਪਾਕੇ ਸਤਿਗੁਰ ਬੈਨਾ, ਨਹਿ ਤੈ ਤੁਰਕ ਨ ਚੈਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਖ ਤੋਂ ਇੱਕ ਬਚਨ ਕਿਹਾ ਏ। ਕਿਹੜਾ ਬਚਨ ਕਿਹਾ ਸਤਿਗੁਰੂ ਨੇ? ਮਹਾਰਾਜ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ ਹੈ। ਜਿਹਦਾ ਭਾਵ ਇਹ ਹੈ ਕਿ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਇਹ ਬਚਨ ਜਿਹੜੇ ਉਚਾਰਨ ਕੀਤੇ ਹਨ, ਜਗ ਮੈਂ ਹਿੰਦੂ ਤੁਰਕ ਨ ਕੋ, ਝੂਠੇ ਨਾਮ ਧਰਾਵੇ ਦੇਵ। ਸਤਿਗੁਰੂ ਕਹਿੰਦੇ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ, ਦੋਵਾਂ ਨੇ ਝੂਠੇ ਨਾਮ ਧਾਰਨ ਕੀਤੇ ਹੋਏ। ਇਹਦਾ ਭਾਵ ਹੈ ਕਿ ਸਤਿਗੁਰੂ ਦੱਸਣਾ ਚਾਹੁੰਦੇ ਸੀ ਕਿ ਮੁਸਲਮਾਨ ਜਿਹੜਾ ਹੈ ਉਹ ਆਪਣੇ ਗੁਣਾਂ ਤੋਂ ਭੁੱਲ ਚੁੱਕਾ ਹੈ, ਟੁੱਟ ਚੁੱਕਾ ਹੈ। ਜਿਹੜੇ ਉਹਦੇ ਅੰਦਰ ਗੁਣ ਹੋਣੇ ਚਾਹੀਦੇ ਨਾ ਹੋਣ ਕਰਕੇ ਮੁਸਲਮਾਨ ਜਿਹੜਾ ਹੈ ਉਹ ਵੀ ਆਪਣੇ ਉਸ ਧਰਮ ਤੋਂ ਡੋਲ ਚੁੱਕਾ ਹੈ, ਤੇ ਹਿੰਦੂ ਜਿਹੜਾ ਉਹ ਵੀ ਆਪਣੇ ਧਰਮ ਆਪਣੇ ਅਕੀਦੇ ਤੋਂ ਕੋਹਾਂ ਦੂਰ ਜਾ ਚੁੱਕਾ ਹੈ। ਕੋ ਨਰ ਹੈ ਨਿਕਟ ਸੁਨਤ ਹੈ, ਪੁਰ ਮੈਂ ਅਰਪਨ ਮਿਲਤ ਬਨਤ ਹੈ। ਕਵੀ ਸੰਤੋਖ ਸਿੰਘ ਕਹਿੰਦੇ ਜਦੋਂ ਸਤਿਗੁਰੂ ਦੀ ਇਹ ਗੱਲ ਕਈ ਮਨੁੱਖਾਂ ਨੇ ਸੁਣੀ, ਜਿਹੜੇ ਸਤਿਗੁਰੂ ਦੇ ਨੇੜੇ ਨੇੜੇ ਰਹਿੰਦੇ ਸੀ, ਉਹਨਾਂ ਨੇ ਹੋਰ ਗਾਂਹ ਜਾ ਕੇ ਲੋਕਾਂ ਨੂੰ ਨਗਰ ਦੇ ਵਿੱਚ ਵੀ ਇਹ ਗੱਲ ਜਿਹੜੀ ਉਹ ਦੱਸ ਦਿੱਤੀ ਹੈ। ਬਿਨ ਸੁਨੀ ਸ਼ਰਵਣ ਨਿਜ ਕਾਜੀ, ਕਉ ਨਿਕਟ ਵੇਖ ਮਨ ਪਾਜੀ। ਕਵੀ ਸੰਤੋਖ ਸਿੰਘ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖ ਤੋਂ ਨਿਕਲੀ ਹੋਈ ਇਹ ਗੱਲ, ਨਾ ਕੋਈ ਹਿੰਦੂ ਨਾ ਮੁਸਲਮਾਨ, ਇਹ ਗੱਲ ਸਹਿਜੇ ਸਹਿਜੇ ਨਗਰ ਦੇ ਵਿੱਚ ਕਾਜੀ ਦੇ ਕੰਨਾਂ ਦੇ ਵਿੱਚ ਜਾ ਕੇ ਵੀ ਪੈ ਜਾਂਦੀ ਹੈ। ਤੇ ਕਾਜੀ ਜਿਹੜਾ ਉਹਨੇ ਇੱਕ ਭੇਸ ਧਾਰਨ ਕੀਤਾ, ਬਨੌਟੀ ਭੇਸ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਪਹੁੰਚ ਜਾਂਦਾ ਹੈ। ਕਛਕ ਮਨਜ ਤੇ ਸੰਗ ਸੁਧਾਰੇ, ਬੈਸੇ ਸ੍ਰੀ ਗੁਰੂ ਆਨ ਨਿਹਾਰੇ। ਉਸ ਕਾਜੀ ਦੇ ਨਾਲ ਕੁਝ ਲੋਕ ਹੋਰ ਸਨ, ਕੁਝ ਤਮਾਸ਼ਾ ਵੇਖਣ ਵਾਲੇ ਵੀ ਆ ਗਏ। ਉਹ ਸਾਰੇ ਜਾਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆ ਜਾਂਦੇ ਐ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਹਰ ਬੈਠੇ ਹੋਏ ਸਨ। ਆਨਨ ਬੈਨ ਸੰਬਨ ਖਾਨ ਤਸੋ, ਨਹਿ ਹਿੰਦੂ ਕੇ ਤੁਰਕ ਨ ਕੋ। ਕਵੀ ਸੰਤੋਖ ਸਿੰਘ ਕਹਿੰਦੇ ਸਤਿਗੁਰੂ ਨੇ ਫੇਰ ਉਹੀ ਸ਼ਬਦ ਦੁਹਰਾਏ। ਫੇਰ ਕਿਹਾ ਸਤਿਗੁਰੂ ਨੇ ਕਾਜੀ ਵੱਲ ਵੇਖ ਕੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਕਾਜੀ ਨੇ ਆਪਣੇ ਕੰਨਾਂ ਦੇ ਨਾਲ ਜਦੋਂ ਇਹ ਗੱਲ ਸੁਣੀ ਹੈ, ਬੈਸ ਕਾਜੀ ਕਹੇ, ਅਸ ਕਸ ਕਰਤਬ ਖਾਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬੈਠ ਗਿਆ ਕਾਜੀ, ਤੇ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਖਣ ਲੱਗਾ ਹੈ, ਗੱਲਬਾਤ ਕਰਨ ਲੱਗਾ ਹੈ। ਹਿੰਦੂ ਤੁਰਕ ਨ ਜਗਤ ਮੈਂ, ਹਮ ਕਿਉ ਸਕੇ ਪਛਾਨ। ਕਹਿਣ ਲੱਗਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ, ਨਾਨਕ ਆ ਕੀ ਨਵੀਂ ਗੱਲ ਕਹਿਤੀ ਤੁਸੀਂ, ਨਾ ਕੋਈ ਹਿੰਦੂ ਨਾ ਮੁਸਲਮਾਨ, ਇਹ ਕਿੱਦਾਂ ਦੀ ਗੱਲ ਹੈ? ਸਾਨੂੰ ਇਸ ਗੱਲ ਦਾ ਨਿਰਣਾ ਕਰਕੇ ਦੱਸੋ। ਤਹ ਜਗ ਤਹ ਜਹ ਤਹ ਜਗ ਮੈਂ ਦੀਸੇ ਸੋ, ਹਿੰਦੂ ਮੁਸਲਮਾਨ ਨਰ ਦੇਵ।
ਕਾਜੀ ਕਹਿਣ ਲੱਗਿਆ ਸਾਰੇ ਦੇਸ਼ ਦੇ ਵਿੱਚ ਦੋ ਹੀ ਤੇ ਜਾਤਾਂ ਹੈ, ਦੋ ਤਰ੍ਹਾਂ ਦੇ ਤੇ ਲੋਕ ਰਹਿੰਦੇ ਐ, ਕਿਤੇ ਹਿੰਦੂ ਰਹਿੰਦੇ ਐ, ਕਿਤੇ ਮੁਸਲਮਾਨ ਰਹਿੰਦੇ ਐ। ਸਾਨੂੰ ਤੇ ਇਸ ਦੇਸ਼ ਵਿੱਚ ਇਹੋ ਹੀ ਬੰਦੇ ਜਿਹੜੇ ਆ ਉਹ ਦਿਖਾਈ ਦਿੰਦੇ ਹਨ। ਮੁਰੇ ਕਹਿਣ ਸੰਦੇਹ ਸਾ ਹਮਾਰੇ ਉੱਤਰ ਦੀ ਜੇਲ ਦੇ ਵਿਚਾਰੇ। ਕਾਜੀ ਕਹਿਣ ਲੱਗਿਆ ਨਾਨਕ ਜੀ ਤੁਹਾਡੀ ਕਈ ਗੱਲ ਦੇ ਉੱਪਰ ਸਾਨੂੰ ਸ਼ੱਕ ਹੈ, ਸ਼ੰਕਾ ਹੈ। ਤੁਸੀਂ ਏਦਾਂ ਕਰੋ, ਚੰਗੀ ਤਰ੍ਹਾਂ ਸੋਚ ਵਿਚਾਰ ਕੇ ਸਾਨੂੰ ਇਸ ਗੱਲ ਦਾ ਉੱਤਰ ਦੇਵੋ। ਜਿਹੜੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖਣ ਵਾਸਤੇ ਆਏ ਸਨ, ਉਹਨਾਂ ਦੀ ਆਲੇ ਦੁਆਲੇ ਭੀੜ ਲੱਗੀ ਹੋਈ ਹੈ, ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖ ਰਹੇ ਸਨ। ਦਰਸ਼ਨ ਦਰਸੇ ਦੀਨ ਦੇ ਅੱਲਾ, ਜਿਨ ਕੇ ਸੁਰਹਾ ਸਰਦਾ ਤੇ ਦੁਖ ਟਾਲਾ। ਕਹਿੰਦੇ ਕਈ ਉਹ ਵੀ ਲੋਕ ਸਨ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ, ਦਰਸ਼ਨ ਕਰਨ ਆਏ ਸਨ। ਤੇ ਉਹ ਲੋਕ ਜਿਹੜੇ ਪਿਆਰ ਨਾਲ ਦਰਸ਼ਨ ਕਰਨ ਆਉਂਦੇ ਐ, ਜਿਨ੍ਹਾਂ ਦੇ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਿਦਾਰੇ ਕੀਤਿਆਂ ਦੁੱਖ ਜਿਹੜੇ ਮਿਟ ਜਾਂਦੇ ਐ। ਕੁਝ ਲੋਕ ਦਰਸ਼ਨ ਕਰਨ ਆਏ ਸੀ, ਕੁਝ ਉਵੇਂ ਤਮਾਸ਼ਬੀਨ ਬਣ ਕੇ ਆਏ ਹੋਏ ਸਨ। ਕਾਜੀ ਬਸਨ ਪੰਕਜ ਬਦਨਾ, ਕੁਮਤ ਕਦਨ ਸੁਖ ਕਰਨਾ ਸਦਨਾ। ਕਹਿੰਦੇ ਕਿ ਕਾਜੀ ਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਸੁਣੇ, ਦੁੱਖਾਂ ਦਾ ਨਾਸ਼ ਕਰ ਦੇਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੱਸਣ ਲੱਗੇ ਹਨ। ਕਿਉ ਸ਼ਲੋਕ ਹੀਤ ਸਮਝਾਵਨ, ਮਤ ਮੰਦਨ ਸੁਖ ਮਾਰਗ ਪਾਵਨ। ਉਹ ਜਿਹੜੇ ਮੋਟੀ ਮੱਤ ਵਾਲੇ ਲੋਕ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਖਲੋਤੇ ਸੀ ਨਾ, ਫਿਰ ਸਤਿਗੁਰੂ ਉਹਨਾਂ ਸਾਰੇ ਲੋਕਾਂ ਨੂੰ ਸਮਝਾਉਣ ਵਾਸਤੇ ਗੁਰਬਾਣੀ ਦਾ ਇਹ ਪਾਵਨ ਬਚਨ, ਇਹ ਸ਼ਲੋਕ ਜਿਹੜਾ ਹੈ ਨਾ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਸਤਿਗੁਰੂ ਇਹ ਸ਼ਲੋਕ ਉਹਨਾਂ ਨੂੰ ਦੱਸਦੇ ਨੇ, ਸਰਵਣ ਕਰਵਾਉਂਦੇ ਹਨ। ਸ਼ਲੋਕ ਮਹੱਲਾ ਪਹਿਲਾ, ਮੁਸਲਮਾਨ ਕਹਾਵਣ ਮੁਸ਼ਕਿਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਕਾਜ਼ੀ ਮੁਸਲਮਾਨ ਕਹਾਵਣ ਮੁਸ਼ਕਿਲ। ਮੁਸਲਮਾਨ ਕਹਾਉਣਾ ਕੋਈ ਸੌਖਾ ਹੈ? ਬੜਾ ਔਖਾ ਹੈ ਮੁਸਲਮਾਨ ਕਹਾਉਣਾ। ਕਿਉਂ? ਸਤਿਗੁਰੂ ਕਹਿੰਦੇ ਜੇ ਮੁਸਲਮਾਨ ਕਹਾਉਣਾ ਹੈ ਨਾ, ਤੇ ਉਹਦੇ ਵਿੱਚ ਆਹ ਵਾਲੇ ਗੁਣ ਹੋਣੇ ਚਾਹੀਦੇ, ਉਹਦੇ ਅਸੂਲ ਹੋਣੇ ਚਾਹੀਦੇ ਐ। ਕਿਹੜੇ ਗੁਣ, ਕਿਹੜੇ ਅਸੂਲ? ਜਿਹੜੇ ਸਤਿਗੁਰੂ ਨੇ ਅੱਗੇ ਦਰਸਾਏ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਹਿਲਾ ਗੁਣ ਹੋਵੇ ਉਹਦੇ ਕੋਲ। ਕਿਹੜਾ ਗੁਣ? ਕਿ ਉਹਦੇ ਵਾਸਤੇ ਧਰਮ ਜਿਹੜਾ ਮਿੱਠਾ ਹੋਵੇ, ਉਹਦੀ ਬੋਲ ਬਾਣੀ ਮਿੱਠੀ ਹੋਵੇ, ਉਹਦੇ ਵਿੱਚ ਚੰਗੇ ਗੁਣ ਹੋਣ। ਸਤਿਗੁਰੂ ਕਹਿਣ ਲੱਗੇ ਐਦਾਂ ਕਰਕੇ ਜੇਕਰ ਉਹਦੇ ਕੋਲ ਮਿੱਠਾ ਏ, ਤੇ ਜਿਹੜਾ ਧਨ ਦੌਲਤ ਚੁੱਕੀ ਫਿਰਦਾ ਏ ਨਾ, ਜਿਹੜਾ ਇਹ ਮਾਲ ਇਕੱਠਾ ਕਰੀ ਫਿਰਦਾ ਏ, ਇਸ ਗੱਲ ਦਾ ਕੋਈ ਘਮੰਡ, ਕੋਈ ਹੰਕਾਰ ਨਾ ਕਰੇ। ਮੁਸਲਮ ਦੀਨ ਮਹਾਨੇ, ਮਰਨ ਜੀਵਨ ਕਾ ਭਰਮ ਚੁਕਾਵੇ। ਸਤਿਗੁਰੂ ਕਹਿੰਦੇ ਅਸਲ ਮੁਸਲਮਾਨ ਉਹ ਹੈ ਜਿਹੜਾ ਆਪਣੇ ਕਹੇ ਹੋਏ ਪੈਗੰਬਰ ਦੀ ਗੱਲ ਮੰਨਦਾ ਏ। ਤੇ ਸਤਿਗੁਰੂ ਕਹਿੰਦੇ ਅਸਲ ਮੁਸਲਮਾਨ ਉਹ ਜਿਹਦੇ ਅੰਦਰੋਂ ਜੀਵਨ ਜਿਉਣ ਦਾ, ਮਰਨ ਦਾ ਡਰ ਜਿਹੜਾ ਉਹ ਖਤਮ ਹੋ ਗਿਆ ਹੋਵੇ। ਕਹਿੰਦੇ ਕਿ ਫਿਰ ਅਗਲੀ ਗੱਲ, ਮੁਸਲਮਾਨ ਉਹ ਹੁੰਦਾ ਏ ਜਿਹੜਾ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ ਤੇ ਆਪਣੇ ਅੰਦਰੋਂ ਹਉਮੈ ਦਾ, ਹੰਕਾਰ ਦਾ ਤਿਆਗ ਕਰ ਦੇਵੇ। ਸਤਿਗੁਰੂ ਕਹਿੰਦੇ ਸਾਰੇ ਜੀਵਾਂ ਦੇ ਉੱਪਰ ਦਇਆ ਕਰੇ, ਸਾਰੇ ਜੀਆਂ ਨੂੰ ਇੱਕ ਨਿਗਾਹ ਦੇ ਨਾਲ ਵੇਖੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਆਹ ਵਾਲੇ ਉਹਦੇ ਵਿੱਚ ਗੁਣ ਹੈ ਨਾ, ਮਿੱਠਾ ਕਰਕੇ ਬੋਲਦਾ ਹੋਵੇ, ਉਹਦੇ ਵਿੱਚ ਮਿਠਾਸ ਹੋਵੇ, ਸਤਿਗੁਰੂ ਕਹਿੰਦੇ ਜਿਹੜਾ ਆਪਣੇ ਅੰਦਰੋਂ ਆ ਧਨ ਦੌਲਤ ਦੇ ਹੰਕਾਰ ਨੂੰ ਖਤਮ ਕਰ ਦੇਵੇ, ਜਿਹੜਾ ਪ੍ਰਮਾਤਮਾ ਦੇ ਭਾਣੇ ਵਿੱਚ ਚੱਲੇ, ਜਿਹਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜੇ, ਜਿਹੜਾ ਆਪਣੇ ਹਉਮੈ ਹੰਕਾਰ ਨੂੰ ਤਿਆਗ ਦੇਵੇ, ਆਹ ਗੁਣਾਂ ਵਾਲਾ ਹੋਵੇ, ਤੇ ਸਤਿਗੁਰੂ ਕਹਿੰਦੇ ਉਹ ਮੁਸਲਮਾਨ ਹੁੰਦਾ ਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਹੋਰ ਪਾਵਨ ਸ਼ਲੋਕ ਜਿਹੜਾ ਉਹਨਾਂ ਦੇ ਸਾਹਮਣੇ ਰੱਖਿਆ, ਭਾਵ ਉਹਨਾਂ ਨੂੰ ਸਰਵਣ ਕਰਵਾਇਆ ਹੈ। ਹੁਣ ਕਰਦਾ ਕੀ ਇਹ ਮੁਸਲਮਾਨ ਦੇ ਕੋਲ ਹੁੰਦਾ ਕੀ ਇਹ ਬਾਹਰੀ ਤੌਰ ਦੇ ਉੱਪਰ, ਸਰੀਰਕ ਤੌਰ ਦੇ ਉੱਪਰ
ਉਹਦੇ ਕੋਲ ਇੱਕ ਮੁਸੱਲਾ ਹੁੰਦਾ ਜਿਹੜਾ ਮੋਢੇ ਤੇ ਰੱਖਦਾ ਹੈ। ਜਦੋਂ ਵੀ ਨਮਾਜ਼ ਪੜ੍ਹਨ ਦਾ ਵਕਤ ਆਉਂਦਾ ਹੈ ਉਹੀ ਮੁਸੱਲਾ ਲਾ ਕੇ ਥੱਲੇ ਵਿਛਾ ਕੇ ਉਹਦੇ ਤੇ ਬੈਠ ਕੇ ਨਮਾਜ਼ ਪੜ੍ਹਨ ਲੱਗ ਜਾਂਦਾ ਹੈ। ਇੱਕ ਉਹ ਮਸੀਤ ਵਿੱਚ ਜਾਂਦਾ ਹੈ, ਮਸਜਿਦ ਦੇ ਵਿੱਚ ਜਾਂਦਾ ਹੈ, ਤੇ ਨਾਲ ਉਹ ਕੁਰਾਨ ਦੀ ਗੱਲ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਫਿਰ ਜੇ ਤੂੰ ਸਾਰਾ ਕੁਝ ਕਰਨਾ ਚਾਹੁੰਦਾ ਹੈ ਨਾ, ਮਿਹਰ ਮਸੀਤ, ਜਿਹੜਾ ਤੂੰ ਮਸੀਤ ਵਿੱਚ ਜਾਣਾ ਹੈ ਨਾ, ਇਹਨੂੰ ਆਪਣੇ ਅੰਦਰ ਤਰਸ ਬਣਾ। ਇਹ ਮਿਹਰ ਜਿਹੜੀ ਹੈ ਨਾ, ਇਕੱਲੀ ਮਸੀਤ ਨਹੀਂ, ਜੀਵਾਂ ਦੇ ਉੱਪਰ ਦਇਆ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜਾ ਤੂੰ ਮੁਸੱਲਾ ਰੱਖਦਾ ਹੈ ਉਹ ਭਰੋਸੇ ਦਾ ਮੁਸੱਲਾ ਰੱਖ, ਪ੍ਰਮਾਤਮਾ ਦੇ ਉੱਪਰ ਭਰੋਸਾ ਰੱਖ। ਹੱਕ ਹਲਾਲ ਕੁਰਾਨ, ਹੱਕ ਹਲਾਲ ਦੀ ਕਮਾਈ ਕਰ। ਇਹ ਸਮਝਿਆ ਜਾਵੇਗਾ ਜੇ ਤੂੰ ਵੀ ਅਸਲ ਕੁਰਾਨ ਨੂੰ ਤੂੰ ਤਾਂ ਪੜ੍ਹਿਆ ਏ ਜੇ ਤੇਰੇ ਵਿੱਚ ਇਹ ਵਾਲੇ ਗੁਣ ਆ ਜਾਣ। ਸ਼ਰਮ ਸੁਨਤ ਸੀਲ ਰੋਜਾ ਓ ਮੁਸਲਮਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸ਼ਰਮ, ਸ਼ਰਮ ਦਾ ਅਰਥ ਹੁੰਦਾ ਇੱਕ ਤੇ ਸ਼ਰਮ ਕਰਨੀ, ਪਰ ਇੱਥੇ ਸ਼ਰਮ ਦਾ ਉਦਮ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹੜੀ ਤੂੰ ਸੁੰਨਤ ਕਰਾਉਣਾ ਹੈ ਨਾ, ਉਦਮ ਦੀ ਸੁੰਨਤ ਕਰ, ਸੀਲ ਦਾ ਰੋਜ਼ਾ ਰੱਖ, ਚੰਗੇ ਗੁਣਾਂ ਦਾ ਰੋਜ਼ਾ ਰੱਖ। ਐਦਾਂ ਕਰਕੇ ਤੂੰ ਅਸਲੀ ਮੁਸਲਮਾਨ ਜਿਹੜਾ ਉਹ ਬਣ ਸਕਦਾ ਹੈ। ਕਰਨੀ ਕਾਬਾ ਸੱਚ ਪੀਰ ਕਲਮਾ ਕਰੋ ਨਵਾਜ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਰਨੀ ਕਾਬਾ, ਕਾਬਾ ਜਿਹੜਾ ਉਹਨਾਂ ਦਾ ਮੱਕਾ ਤੇ ਕਾਬਾ ਉਹਨਾਂ ਦਾ ਕੇਂਦਰੀ ਸਥਾਨ ਹੈ। ਸਤਿਗੁਰੂ ਕਹਿੰਦੇ ਆਪਣੇ ਅੰਦਰ ਚੰਗੇ ਕਰਮਾਂ ਦਾ ਕਾਬਾ ਪੈਦਾ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੱਚ ਪੀਰ, ਜਿਹੜੇ ਤੂੰ ਪੀਰਾਂ ਨੂੰ ਮੰਨਦਾ ਅੰਦਰ ਸੱਚ ਧਾਰਨ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਇੱਦਾਂ ਕਰਕੇ ਸ਼ੁਭ ਗੁਣਾਂ ਵਾਲਾ, ਸ਼ੁਭ ਕਰਮਾਂ ਵਾਲਾ ਤੂੰ ਬਾਨਾ ਕਰ। ਤਸਬੀਹ ਸਾਧ ਸੁਭਾਗ ਸੀ ਨਾਨਕ ਰੱਖੇ ਲਾਜ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਾਜੀ ਜਿਹੜੀ ਹੱਥ 'ਚ ਤਸਬੀਹ ਫੜੀ ਹੈ ਨਾ, ਮਾਲਾ, ਇਹ ਜਿਹੜੀ ਮਾਲਾ ਪਕੜੀ ਫਿਰਦਾ ਹੈ ਨਾ, ਇਹ ਤਾਂ ਹੀ ਸ਼ੋਭਦੀ ਹੈ ਜੇ ਤੂੰ ਚੰਗੇ ਗੁਣਾਂ ਵਾਲਾ ਬਣ ਜਾਵੇਂ, ਚੰਗੇ ਕਰਮਾਂ ਵਾਲਾ ਬਣ ਜਾਵੇਂ, ਨੇਕ ਅਮਲਾਂ ਵਾਲਾ ਬਣ ਜਾਵੇਂ, ਨਮਾਜ਼ ਪੜ੍ਹੇ, ਚੰਗੇ ਤੇਰੇ ਕਰਮ ਹੋ ਜਾਣ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤਾਂ ਤੂੰ ਸੱਚਾ ਮੁਸਲਮਾਨ ਜਿਹੜਾ ਨਾ ਉਹ ਤੂੰ ਕਹਾ ਸਕਦਾ ਹੈ। ਜੇ ਇਹ ਵਾਲੇ ਗੁਣ ਤੇਰੇ ਵਿੱਚ ਨਹੀਂ ਹੈ ਤੇ ਫਿਰ ਤੂੰ ਸੱਚਾ ਮੁਸਲਮਾਨ ਨਹੀਂ ਕਹਾ ਸਕਦਾ। ਲੋਕ ਮਹੱਲਾ ਪਹਿਲਾ। ਹਿੰਦੂ ਮੂਲੇ ਭੁੱਲੇ ਖੁੱਟੀ ਜਾਹੀ ਨਾਨਕ ਕਿਆ ਸੇ ਪੂਜ ਕਰਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਇੱਕ ਮੁਸਲਮਾਨ ਦੀ ਗੱਲ ਕੀਤੀ ਕਿ ਮੁਸਲਮਾਨ ਹੁੰਦਾ ਕੌਣ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਹਿੰਦੂ ਦੀ ਵੀ ਗੱਲ ਕੀਤੀ, ਇੱਕ ਪੁਜਾਰੀ ਦੀ ਵੀ ਗੱਲ ਕੀਤੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋਵਾਂ ਦੀ ਗੱਲ ਕੀਤੀ ਸੀ ਨਾ, ਕਿ ਨਾ ਕੋਈ ਹਿੰਦੂ ਨਾ ਮੁਸਲਮਾਨ। ਮੁਸਲਮਾਨ ਵੀ ਆਪਣੇ ਧਰਮ ਨੂੰ ਛੱਡ ਚੁੱਕਾ ਹੈ, ਹਿੰਦੂ ਵੀ ਆਪਣੇ ਧਰਮ ਨੂੰ ਛੱਡ ਚੁੱਕਾ ਹੈ। ਸਤਿਗੁਰੂ ਨੇ ਪਹਿਲਾਂ ਸਮਝਾਇਆ ਕਿ ਮੁਸਲਮਾਨ ਦੇ ਵਿੱਚ ਕਿਹੜੇ ਗੁਣ ਹੈ। ਹੁਣ ਸਤਿਗੁਰੂ ਹਿੰਦੂ ਦੀ ਗੱਲ ਕਰਦੇ ਹੈ, ਕਹਿੰਦੇ ਜਿਹੜਾ ਹਿੰਦੂ ਹੈ ਨਾ ਉਹ ਵੀ ਅਸਲ ਵਿੱਚ ਆਪਣੇ ਆਪ ਤੋਂ ਭੁੱਲ ਚੁੱਕਾ ਹੈ। ਤੇ ਸਤਿਗੁਰੂ ਕਹਿੰਦੇ ਕੀ ਕਰ ਰਿਹਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਇੰਨੀ ਕੁ ਜ਼ਿਆਦਾ ਖੋਟ ਆ ਗਈ ਹੈ ਕਿ ਨਾਰਦ ਦੇ ਕਹੇ ਅਨੁਸਾਰ ਉਹ ਪੂਜਾ ਕਰਦਾ ਪਿਆ, ਪੱਥਰਾਂ ਦੀ ਪੂਜਾ ਦੇ ਵਿੱਚ ਜਿਹੜਾ ਉਹ ਲੱਗਾ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਮਨ ਕਰਕੇ ਅੰਨਾ ਹੋ ਗਿਆ ਏ, ਗਿਆਨ ਕਰਕੇ ਗੂੰਗਾ ਹੋ ਗਿਆ ਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਗਿਆਨਤਾ ਦੇ ਹਨੇਰੇ ਦੇ ਵਿੱਚ ਪਿਆ ਹੋਇਆ ਪੱਥਰ ਲੈ ਲੈ ਕੇ ਪੂਜੀ ਜਾ ਰਿਹਾ ਤੇ ਮੂਰਖ ਬਣ ਚੁੱਕਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹਦਾ ਪੱਥਰ ਤੇ ਆਪ ਹੀ ਡੁੱਬ ਜਾਂਦਾ, ਇਸ ਬੰਦੇ ਨੂੰ ਕਿਵੇਂ ਪਾਰ ਕਰੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੋਵਾਂ ਦੀ ਗੱਲ ਕੀਤੀ, ਇੱਕ ਮੁਸਲਮਾਨ ਦੀ ਵੀ ਗੱਲ ਕੀਤੀ, ਇੱਕ ਹਿੰਦੂ ਦੀ ਵੀ ਗੱਲ ਕੀਤੀ। ਇਵੇਂ ਕਰਕੇ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ। ਮੁਸਲਮਾਨ ਮਗ ਹਿੰਦੂ ਕੇ ਅਸਬਿਦ ਲਿਓ ਪਛਾਣ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਆਹ ਮੁਸਲਮਾਨ ਦੇ ਕੰਮ ਹੈ, ਆਹ ਹਿੰਦੂ ਦੇ ਕੰਮ ਹੈ। ਹੁਣ ਤੂੰ ਦੋਵਾਂ ਦੇ ਵਿੱਚ ਇਹਨਾਂ ਦੀ ਨੀਤੀ ਕੀ ਹੈ, ਕੰਮ ਕੀ ਹੈ, ਤੂੰ ਆਪੇ ਦੱਸ ਲੈਣਾ ਕਰ। ਕਰਮ ਨ ਸੁਭ ਕਰਹੀ ਉਬੈ ਝੂਠੇ ਨਾਮ ਬਖਾਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਾਜ਼ੀ ਆ ਵੇਖ, ਦੋਵੇਂ ਜਾਣੇ ਚੰਗੇ ਕੰਮ ਨਹੀਂ ਕਰਦੇ ਪਏ, ਮਾੜੇ ਕਰਮਾਂ ਵਿੱਚ ਪਏ ਹੋਏ, ਕੇਵਲ ਨਾਂ ਹੀ ਧਰੇ ਇਹਨਾਂ ਨੇ ਹਿੰਦੂ ਤੇ ਮੁਸਲਮਾਨ, ਕੰਮ ਇਹਨਾਂ ਦਾ ਕੋਈ ਵੀ ਚੰਗਾ ਨਹੀਂ ਹੈ। ਭੁੱਲੇ ਫਿਰ ਹੀ ਉਦਿਆਨਾ ਕੈਸੇ ਪਹੁੰਚੇ ਸੁਖ ਅਸਥਾਨਾ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਾਜੀ ਦੋਵੇਂ ਜਾਣੇ ਭਟਕ ਚੁੱਕੇ ਆਪਣੇ ਰਸਤੇ ਤੋਂ, ਫਿਰ ਇਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਕਿਵੇਂ ਹੋਵੇ। ਕਰ ਕਾਜੀ ਲੱਜਤ ਹੋਏ, ਜਿਉ ਰਵ ਆਗੇ ਰਿੰਗਣ ਜੋਏ। ਇਹ ਸਾਰੀਆਂ ਗੱਲਾਂ ਸੁਣ ਕੇ ਕਾਜੀ ਬੜਾ ਸ਼ਰਮਿੰਦਾ ਹੋ ਗਿਆ। ਉਹਦਾ ਸ਼ਰਮ ਨਾਲ ਹੁਣ ਸਿਰ ਝੁਕ ਗਿਆ। ਐਦਾਂ ਹੈ ਜਿਵੇਂ ਸੂਰਜ ਦੇ ਸਾਹਮਣੇ ਇੱਕ ਜੁਗਨੂ ਟਟਹਿਣਾ ਜਿਹੜਾ ਹੈ ਨਾ ਉਹ ਜਗਦਾ ਹੈ। ਕਿੱਥੇ ਸੂਰਜ ਦੀ ਰੋਸ਼ਨੀ, ਕਿੱਥੇ ਇੱਕ ਜੁਗਨੂ ਟਟਹਿਣੇ ਦੀ ਰੋਸ਼ਨੀ, ਜ਼ਮੀਨ ਅਸਮਾਨ ਦਾ ਫਰਕ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੂਰਜ ਦੀ ਤਰ੍ਹਾਂ ਸਨ। ਉਹ ਕਾਜੀ ਜਿਹੜਾ ਹੈ ਉਹਦੇ ਕੋਲ ਕੇਵਲ ਇੱਕ ਟਟਹਿਣੇ ਜਿੰਨੀ ਰੋਸ਼ਨੀ ਸੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਉਹਦਾ ਸਿਰ ਨੀਵਾਂ ਹੋ ਗਿਆ ਹੈ। ਮੈਂ ਬੋਲਿਓ ਕੁਛ ਤੁਛਨ ਭਇਓ, ਤਰਿਆ ਨ ਉੱਠ ਘਰ ਗਇਓ। ਕਹਿੰਦੇ ਕਵੀ ਸੰਤੋਖ ਸਿੰਘ ਕਹਿੰਦੇ ਉਹਨੂੰ ਕੋਈ ਜਵਾਬ ਨਹੀਂ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਨਾ ਜਦੋਂ ਨਾ ਜਵਾਬ ਆਇਆ ਤੇ ਚੁੱਪ ਕਰਕੇ ਉੱਠ ਕੇ ਆਪਣੇ ਘਰ ਨੂੰ ਤੁਰ ਪਿਆ ਹੈ। ਕੋ ਨਿੰਦਾ ਕਰਈ, ਮੂਰਖ ਸਮਝਨ ਪਾਇਨ ਪਰਹੀ। ਕਹਿੰਦੇ ਕਈ ਲੋਕ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪ੍ਰਸ਼ੰਸਾ ਕਰ ਰਹੇ ਸਨ, ਕਈ ਲੋਕ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਿੰਦਾ ਕਰ ਰਹੇ ਸਨ। ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਈ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਪਰ ਡਿੱਗੇ ਹੋਏ ਸਨ। ਆਓ ਭਗਤ ਜੀ ਜਗ ਪ੍ਰਗਟਾਵਾ, ਕਹਿ ਬੈਸੇ ਰਹੇ ਮਸਾਨ ਸਥਾਵਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਵੀ ਹੈ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਵੀ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਬੈਠੇ ਹੋਏ ਸਨ। ਤੇ ਭਗੀਥਰ ਪਾਸ, ਦਰਸ਼ਨ ਕਰਤ ਪਾਏ ਸੁਖ ਰਾਸ। ਕਵੀ ਸੰਤੋਖ ਸਿੰਘ ਕਹਿੰਦੇ ਕਿ ਉੱਥੇ ਬੈਠਿਆਂ ਹੋਇਆਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਉਹਨਾਂ ਦੇ ਦੋਵੇਂ ਅਨਲ ਸਿੱਖ ਭਾਈ ਭਗੀਰਥ ਜੀ, ਭਾਈ ਮਨਸੁਖ ਜੀ ਜਿਹੜੇ ਉਹ ਆਉਂਦੇ ਹਨ, ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਨ। ਭਾਈ ਮਨਸੁਖ ਨੇ ਵੀ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਮਸਕਾਰ ਕੀਤੀ ਹੈ, ਜਿਹਦੇ ਮਨ ਦੇ ਉੱਪਰ ਪਹਿਲਾਂ ਤੋਂ ਨਾਮ ਦਾ ਰੰਗ ਜਿਹੜਾ ਚੜ ਚੁੱਕਾ ਸੀ। ਕਹਿੰਦੇ ਬੜੇ ਹੱਥ ਜੋੜ ਕੇ ਅਦਬ ਸਤਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹਨੇ ਡੰਡੌਤ ਬੰਦਨਾ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਤ ਕਰਤਾਰ ਕਿਹਾ ਹੈ। ਨਾਲੇ ਸਤਿਗੁਰੂ ਨੇ ਫਿਰ ਦੋਵਾਂ ਸਿੱਖਾਂ ਦੇ ਕੋਲੋਂ ਸੁੱਖ ਸ਼ਾਂਤ ਜਿਹੜੀ ਹੈ ਉਹ ਪੁੱਛਣਾ ਕੀਤੀ ਹੈ। ਬੜੇ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬੈਠ ਗਿਆ ਹੈ ਤੇ ਕੋਲ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬਚਨ ਕਰਨ ਲੱਗਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਵੀ ਦਰਸ਼ਨ ਕਰਕੇ ਜਦੋਂ ਸਤਿਗੁਰੂ ਦੇ ਕੋਲ ਬੈਠਾ, ਸੁੱਖ ਸ਼ਾਂਤ ਜਿਹੜੀ ਉਹ ਦੱਸੀ ਗਈ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਉਹਨੇ ਆਪਣੇ ਸਾਰੇ ਦੁੱਖ ਜਿਹੜੇ ਦੂਰ ਕਰ ਲਏ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਖਦਾ ਹੈ, ਕਹਿੰਦਾ ਸਤਿਗੁਰੂ ਮੈਂ ਪ੍ਰਦੇਸ਼ ਵਿੱਚ ਜਾਣਾ ਹੈ। ਭਾਵ ਬੜਾ ਵੱਡਾ ਮਨਸੁਖ ਵਪਾਰੀ ਸੀ, ਦੂਰ ਦੂਰ ਤੱਕ ਜਾ ਕੇ ਵਪਾਰ ਕਰਦਾ ਸੀ। ਉਹਨੇ ਸੰਗਲਾਦੀਪ ਦੇ ਵਿੱਚ ਵੀ ਵਪਾਰ ਕਰਨ ਵਾਸਤੇ ਜਾਣਾ ਸੀ, ਜਿੱਥੇ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਜਾਂਦੇ ਹੈ। ਬੇਨਤੀ ਕਰਦਾ ਸਤਿਗੁਰੂ ਮੈਨੂੰ ਜਾਣ ਦੀ ਆਗਿਆ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਉਹਨੂੰ ਆਗਿਆ ਦਿੰਦੇ